पंजाब टीवी का स्पैशल प्रोग्राम ते तुहाडे नाल गुरप्रीत सिंह चट्ठा चर्चा करन जा रहे हैं हुण तक दीआं वड्डियां ते पंजाब दी सियासत दे नाल जुड़ियां कुछ खबरां नूं लैके सब तो पहला गल करांगे नवजोत सिंह सिद्धू दी। नवजोत सिद्धू दे वल्लों वड्डा खुलासा कीता गया है कांग्रेस पार्टी नूं लैके। तां उन्हां ने खुलासा कीता है कि उन्हां दे खिलाफ साजिशां हो रहीआं ने कि नवजोत सिंह सिद्धू नूं पार्टी तो बाहर कड्ढण दीआं साजिशां हो रहीआं ने जां हटाउण दीआं साजिशां या फिर खुद ही पार्टी छड्डण जा रहे ने। तमाम विषय नूं लैके गलबात करांगे ते नाल ही गल करांगे मान सरकार दे वल्लों मुफ्त बिजली का ऐलान तां कर दिता गया पर हुण मान सरकार अपने इस ऐलान तो बाद विरोधियों के निशाने ते नजर आ रही है। इसको लैके पूरी तरह गरमौती दिखाई दे रही है। लैके चर्चा करांगे ते उधर नाल ही गल करी जावे तां किसानां दी जथेबंदी उगराहां दी अज मीटिंग हुई है। मुख्यमंत्री भगवंत मान दे नाल मीटिंग दे विच किहड़ियां गल्लां सामने आईयां ने, आखिर की गलबात हुई है, इसनूं लैके भी चर्चा करांगे। इस प्रोग्राम दे विच अज साडे नाल शामिल ने सियासी माहिर प्रोफैसर मनजीत सिंह अणखी। सब तो पहला स्वागत करांगे अणखी साहब प्रोग्राम दे विच। निघा स्वागत है जी। बहुत बहुत शुक्रिया चट्ठा जी। अणखी साहब, जिस तरीके दे नाल नवजोत सिंह सिद्धू ने एक इंटरव्यू दे विच जिक्र कीता है कि मेरे खिलाफ साजिशां हो रहीआं ने, तां जिस तरीके दे नाल पंज सूबिਆਂ ਦੇ ਵਿੱਚ ਕਾਂਗਰਸ ਦੀ ਹਾਰ ਹੁੰਦੀ ਹੈ, ਨਵਜੋਤ ਸਿੰਘ ਸਿੱਧੂ ਵੱਲੋਂ ਵੀ ਅਸਤੀਫਾ ਮੰਗਿਆ ਜਾਂਦਾ, ਉਹ ਅਸਤੀਫਾ ਦੇ ਦਿੰਦੇ ਨੇ, ਤਾਂ ਕੀ ਲੱਗਦਾ ਹੈ ਕਿ ਜਿਹੜੀਆਂ ਸਾਜ਼ਿਸ਼ਾਂ ਨੇ ਫਿਰ ਉਹ ਕੌਣ ਕਰ ਰਿਹਾ ਹੈ ਕਿ ਪਾਰਟੀ ਦੇ ਅੰਦਰ ਜਿਸ ਤਰੀਕੇ ਨਾਲ ਧੜੇਬੰਦੀ ਹੁੰਦੀ ਨਜ਼ਰ ਆ ਰਹੀ ਹੈ ਤਾਂ ਉੱਥੇ ਸਾਜ਼ਿਸ਼ਾਂ ਹੋ ਰਹੀਆਂ ਨੇ ਜਾਂ ਫਿਰ ਹਾਈ ਕਮਾਂਡ ਦੇ ਵੱਲੋਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ? ਚੱਠਾ ਜੀ, ਸਥਿਤੀ ਇਹ ਆ ਕਿ ਜਦੋਂ ਦਾ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਈ ਨੇ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਪਹੁੰਚੇ ਨੇ, ਸਾਜ਼ਿਸ਼ਾਂ ਦਾ ਦੌਰ ਤਾਂ ਉਹਦਾ ਉਸ ਸਮੇਂ ਤੋਂ ਹੀ ਉਸ ਦੇ ਵਿਰੁੱਧ ਚਾਲੂ ਹੈਗਾ। ਪਾਰਟੀ ਪ੍ਰਧਾਨ ਬਣਨ ਤੋਂ ਪਹਿਲਾਂ ਦੇ ਜਦੋਂ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਮੰਤਰੀ ਸਨ, ਸਾਜ਼ਿਸ਼ਾਂ ਦਾ ਦੌਰ ਤਾਂ ਉਦੋਂ ਹੀ ਸ਼ੁਰੂ ਹੋ ਗਿਆ ਤੇ ਸ਼ਾਇਦ ਇਸੇ ਸਾਜ਼ਿਸ਼ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਉਹਦੇ ਹਮਾਇਤੀਆਂ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਘਰ ਬਿਠਾ ਦਿੱਤਾ ਗਿਆ ਸੀ ਤੇ ਉਹ ਵਿਅਕਤੀ 2 ਸਾਲ ਘਰ ਬੈਠਾ ਰਿਹਾ, ਬੋਲਿਆ ਕੁਝ ਨਹੀਂ ਆਪਣੀ ਹੀ ਸਰਕਾਰ ਦੇ ਵਿੱਚ। ਤੇ ਫਿਰ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਉਹ ਬਣਾਏ ਜਾਂਦੇ ਨੇ ਤਾਂ ਉਸ ਤੋਂ ਪਹਿਲਾਂ ਹਾਈ ਕਮਾਂਡ ਜਿਸ ਤਰੀਕੇ ਨਾਲ ਉਹਨਾਂ ਨੂੰ ਵਰਤਦੀ ਹੈ ਔਰ ਵਰਤਣ ਤੋਂ ਬਾਅਦ ਫਿਰ ਪ੍ਰਧਾਨਗੀ ਪਦ ਦੇ ਕਾਰਜਕਾਲ ਸਮੇਂ ਉਸਨਾਂ ਦੀ ਮਰਜ਼ੀ ਦੇ ਉਲਟ ਜਾ ਕੇ ਚਰਨਜੀਤ ਸਿੰਘ ਚੰਨੀ ਦੇ ਕੇ ਅਨੁਸਾਰ ਜਿਹੜੀ ਅਫਸਰਸ਼ਾਹੀ ਨਿਯੁਕਤ ਕਰਦੀ, ਬਹੁਤ ਕੁਝ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹ ਚੱਲਦੀਆਂ ਰਹੀਆਂ ਨੇ। ਤੇ ਇਹਨਾਂ ਸਾਜ਼ਿਸ਼ਾਂ ਦਾ ਸਿਖਰ ਉਸ ਵਕਤ ਸਾਹਮਣੇ ਆਉਂਦਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਦੀ ਥਾਂ ਤੇ ਮੁੱਖ ਮੰਤਰੀ ਦਾ ਐਲਾਨ ਦੇ ਰੂਪ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਨਾਮ ਦੇ ਵਿੱਚ ਸਾਹਮਣੇ ਆ ਜਾਂਦਾ। ਰਾਹੁਲ ਗਾਂਧੀ ਆਣ ਕੇ ਐਲਾਨ ਕਰ ਦਿੰਦੇ ਆ। ਸਾਜ਼ਿਸ਼ਾਂ ਦਾ ਦੌਰ ਨਵਜੋਤ ਸਿੱਧੂ ਦੇ ਖਿਲਾਫ ਉਦੋਂ ਵੀ ਹੁੰਦਾ ਜਦੋਂ ਅੰਮ੍ਰਿਤਸਰੋਂ ਸੀਟ ਉਹ ਆਪਣੀ ਲੜਦੇ ਆ ਤੇ ਕਾਂਗਰਸ ਦੇ ਕਈ ਮੰਤਰੀ ਕਈ ਵਿਧਾਇਕ ਨਵਜੋਤ ਸਿੱਧੂ ਨੂੰ ਹਰਾਉਣ ਕਰਕੇ ਉੱਥੇ ਜਿਹੜੇ ਦੂਜੀ ਆਪੋਜੀਟ ਪਾਰਟੀ ਜਿਨ੍ਹਾਂ ਵਿੱਚ ਬਿਕਰਮ ਮਜੀਠੀਆ ਸੀ ਉਹਨੂੰ ਜਾ ਕੇ ਪੈਸੇ ਵੀ ਦਿੰਦੇ ਆ ਤੇ ਉਸਦਾ ਵਿਰੋਧ ਵੀ ਕਰਦੇ ਆ। ਸੋ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਅੱਜ ਦਾ ਨਹੀਂ, ਲੰਬੇ ਸਮੇਂ ਤੋਂ ਜਦੋਂ ਉਹ ਕਾਂਗਰਸ ਪਾਰਟੀ ਦੇ ਵਿੱਚ ਆਏ ਕੈਪਟਨ ਅਮਰਿੰਦਰ ਸਿੰਘ ਉਦੋਂ ਹੀ ਉਹਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਨਹੀਂ ਸੀ ਕਰਵਾਉਣਾ ਚਾਹੁੰਦੇ। ਇਹ ਗੱਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਔਨ ਰਿਕਾਰਡ ਵੀ ਆਖੀ ਹੋਈ ਹੈ। ਖੈਰ, ਇਹ ਬੀਤੇ ਦੌਰ ਦੀਆਂ ਗੱਲਾਂ ਨੇ। ਤੁਸੀਂ ਜਿਹੜਾ ਪ੍ਰਸ਼ਨ ਪੁੱਛਿਆ ਉਹ ਪ੍ਰਸ਼ਨ ਤੁਸੀਂ ਮੈਨੂੰ ਹੁਣ ਪੁੱਛਿਆ ਕਿ ਉਹਨਾਂ ਦਾ ਇਹ ਬਿਆਨ ਆਇਆ ਕਿ ਉਹ ਕਹਿ ਰਹੇ ਨੇ ਕਿ ਮੇਰੇ ਵਿਰੁੱਧ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ। ਬਿਲਕੁਲ, ਇਹਦੇ 'ਚ ਕੋਈ ਦੋ ਰਹਿਮਾ ਨਹੀਂ ਆ। ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜਿਹੜੀਆਂ ਸਾਜ਼ਿਸ਼ਾਂ ਨੇ ਉਹ ਪੰਜਾਬ ਪ੍ਰਦੇਸ਼ ਕਾਂਗਰਸ ਜਿਹੜੀ ਲੋਕਲ ਪੰਜਾਬ ਦੀ ਇਕਾਈ ਹੈ ਉਸਦੇ ਸਾਬਕਾ ਮੰਤਰੀ ਕਈ ਸਾਬਕਾ ਵਿਧਾਇਕ, ਹੁਣ ਤਾਂ ਜ਼ਿਆਦਾਤਰ ਸਾਬਕਾ ਵਿਧਾਇਕ, ਮੌਜੂਦਾ ਪ੍ਰਧਾਨ ਵੀ ਉਹਦੇ ਖਿਲਾਫ ਸਾਜ਼ਿਸ਼ਾਂ ਜਿਹੜੀਆਂ ਉਹ ਰਚਦੇ ਪਏ ਨੇ ਤੇ ਕਾਂਗਰਸ ਹਾਈਕਮਾਨ ਵੀ ਇਸ ਸਭ ਦਾ ਤਮਾਸ਼ਾ ਜਿਹੜਾ ਵੇਖਦੀ ਪਈ ਆ ਆਪਣੇ ਜਿਹੜੇ ਅਗਲੇ ਟਰੰਪ ਕਾਰਡ ਦੇ ਉਹਨਾਂ ਦੇ ਮੋਢੇ ਤੇ ਰਫੜ ਰੱਖ ਕੇ। ਕਹਿਣ ਦਾ ਅਰਥ ਹੈ ਕਿ ਨਵਜੋਤ ਸਿੱਧੂ ਦਾ ਇਹ ਬਿਆਨ ਪੂਰਨ ਰੂਪ ਦੇ ਵਿੱਚ ਸਹੀ ਤੇ ਸੱਚਾ ਸਾਬਤ ਇਹ ਮਹਿਸੂਸ ਹੁੰਦਾ ਕਿਉਂਕਿ ਜਿਸ ਦਿਨ ਤੋਂ ਨਵਜੋਤ ਸਿੱਧੂ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਤੇ ਉਹਦੇ ਕੋਲ ਅਸਤੀਫਾ ਮੰਗਿਆ ਗਿਆ, ਉਸ ਤੋਂ ਮਗਰੋਂ ਰਾਜਾ ਵੜਿੰਗ ਜਿਹੜੇ ਨੇ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਾਏ ਜਾਂਦੇ ਨੇ ਤੇ ਅਜੇ ਤੱਕ ਰਾਜਾ ਵੜਿੰਗ ਦੀ ਔਰ ਨਵਜੋਤ ਸਿੰਘ ਸਿੱਧੂ ਦੀ ਆਪਸੀ ਕੋਈ ਵੀ ਮੁਲਾਕਾਤ
नहीं हो रही। बिल्कुल उसी तरीके दे नाल जिस तरीके दे नाल ਜਦੋਂ पार्टी प्रधान नवजोत सिंह सिद्धू बनाए गए उस तो पहला वो कदे भी कैप्टन अमरिंदर सिंह नूं ना मिले। कैप्टन अमरिंदर सिंह दी ये शर्त सी कि वो मेरे घर आण के मिले। नवजोत सिद्धू कुछ होर कहंदे सी। कहण दा अर्थ है कि जिहड़ा इतिहास पहला सी ਉਹੀ इतिहास हुण दोबारा दोहराया जा रहा है। तो इस गल कोई दो रहमा नहीं कि इतिहास हमेशा दोहराया ही जाता है। तो उस जिस तरीके ना उस समय च कैप्टन अमरिंदर सिंह के विरुद्ध कांग्रेस हाईकमान शासा रच के ਜਾਂ पंजाब के उस समय के विधायकों या मंत्रियों को लैके कैप्टन अमरिंदर सिंह साजिश रच के उन्होंने थल्ले लाया गया कुर्सी तो उसी तरीके हुण नवजोत सिद्धू का सियासी भविख खत्म करने वास्ते कांग्रेस हाईकमान असीं कह सकते हैं क्योंकि हुंदा तां सब कुछ उसके इशारे ते है। तो कांग्रेस का जिहड़ी हाईकमान आ नवजोत सिद्धू का सियासी जिहड़ा भविख आ उसनूं खत्म करने वास्ते अंदरों अंदरी साजिशां रचदी पई है पंजाब दे विच। जिस तरीके नाल उन्हां नूं पूर्ण रूप दे विच अलग थलग कर दित्ता गया। जिस तरीके दे राजा वड़िंग नूं प्रधान बनाया गया है पंजाब कांग्रेस दा तां कि इस दे विच भी साजिश नजर आउंदी है। ते उधर जदों सीएम चरणजीत चन्नी नूं सीएम दा चिहरा लाया गया सी हाईकमान दे वल्लों तां उदों भी साजिश नजर आउंदी सी कि पंजाब दे कुछ लीडरां दे वल्लों इस विच साजिश घड़ी गई होवे कि इस चेहरे का ऐलान किया जाए या फिर हाईकमान के खुद के फैसले सीगे। देखो मैं तुसी शायद मेरी गल पहला ध्यान नाल सुनी मैं पहले कहता कि नवजोत सिद्धू के खिलाफ साजिशा अज ही नहीं रचिया जा रही, पहला भी रचिया जा रही सी। जो चरणजीत सिंह चन्नी को मुख मंत्री बना दिता, मुख मंत्री के रूप च दूजी बारी उसका ऐलान कर दिता गया, पहली बारी उसको मुख मंत्री बना दिता गया। तो उस वक्त जी पंजाब की ये लीडरशिप सी कांग्रेस की वो किसी सूरत में भी नवजोत सिद्धू को अगे नहीं सी आउण देना चाहती। पहली साजिश विच वो सफल हो गई। हुण दूजी जिहड़ी साजिश ये आ कि जिहदे विच उन्होंने चोन लड़ी, चोन जित्ती जां चोन हारी, पर कांग्रेस पार्टी जिस तरीके दे नाल इस वेले नवजोत सिद्धू दे नाल व्यवहार करदी पई आ वो जरूर हैरान करने वाला हैगा। राजा वड़िंग नवे प्रधान बनते हैं, नवे प्रधान बन के वो सारे बंदे मिलते हैं ते हुण वो लाल सिंह ने भी मिले आ, सुनील दत्ती ने भी मिले आ, ममता दत्ती ने भी मिले आ। तो उन्होंने बंदे मिले ने कि जिहड़े सारे नवजोत सिद्धू के खेमे दे विच दे हन। तो दूजे पासे जिहड़े नवे प्रधान ने राजा वड़िंग वो ये गल कह रहे कि कांग्रेस दे विच मैं अनुशासनहीनता नूं बर्दाश्त नहीं करांगा। कांग्रेस दे विच धड़ेबंदी नूं माफ करदा धड़ेबंदी नूं खत्म करने वास्ते जेकर किसी विधायक के घर मैनूं नंगे पैरी जाना पैंदा मैं उत्थे भी जान तो गुरेज नहीं करांगा। पर एक पासे जिहड़ा वड्डा एक थंम आ जिहदे उत्ते तां नहीं जिहदे आले दुआले कांग्रेस दे ज्यादातर मंत्री घूमते पे उसकी अगवाई नूं कबूल कर चुके आ, ਉਹਦੇ ਵੱਲ राजा वड़िंग चाहता ही नहीं कि ना ही राजा वड़िंग उसका नाम लेता कि मैं उसके नाल मुलाकात करांगा। हालांकि गुंगलूआं तो मिट्टी झाड़न वास्ते इन्नी गल वो कह दिंदे आ कि हाँ जी मैं उन्हां नूं फोन कीता सी, फोन दे अनुसार वो समराले सी, उन्हां दा कोई होर प्रोग्राम सी, मेरा कोई होर प्रोग्राम सी। पर जदों तुसीं मिलना होवे, जदों तुसीं शंके कुछ निवृत्त करदे हो तो फिर टाइम कट के टाइम भन के मिलिया जा सकता। पर शायद हुण वो पर जिहड़े ने राजा वड़िंग नूं लग गए ने जिन्हां परां दे सिर ते हुण वो दिल्ली ते लैके पंजाब तक उपर उपर अडारी मारदे आ ते उन्हां नूं नवजोत सिद्धू वर्गा कदावर नेता भी बौला महसूस हुंदा, जिस करके उन्होंने बिल्कुल उसनूं इग्नोर करके दूजे कांग्रेसी नेतावां नाल मुलाकातां करनियां शुरू कर दित्तियां। ते इस सब दा मुद्दा इहो ही आ कि नवजोत सिद्धू दे सियासी भविख नूं खत्म करके जिस तरीके नाल वो लामबंद विधायकों नूं करते पे ने ते एक नवीं खेतरी पार्टी वो बना सकते हैं। उस तो पहला कि नवजोत सिद्धू खेतरी पार्टी का ऐलान करन जां एक लोक लहर स्थापित करन उन्होंने क्यों ना अलग थलग कर दिता जाए, जिस करके वो घर ही बैठ जाए। कांग्रेस हाईकमान की जी प्लैनिंग जायजे की साजिश आ वो इहो नजर आती है कि कांग्रेस दे विच कांग्रेस लग रहा है कि जी की लग रहा है कि जिस तरीके नाल नवजोत सिंह सिद्धू कहंदे ने कि ज्यादातर जिहड़े लीडर ने उन्हां दे खिलाफ नजर आ रहे ने, तां नवजोत सिंह सिद्धू फिर कांग्रेस दे विच किस तरीके नाल टिके हुए ने, उन्हां दे वल्लों कोई जिहा कदम क्यों नहीं पुट्टिया जा रहा जिस तरीके दे नाल वो गल करदे ने। गल्लां इह भी आउंदियां ने कि नवजोत सिंह सिद्धू कोई अपनी पार्टी बनाउणगे जां जिस तरीके तुसीं कहा कि खेतरी पार्टी बना सकते हैं तो हो सकता है किसी होर पार्टी दे विच भी जाण, पर वो आसार घट नजर आ रहे ने। तां की लगदा है कि किहड़े समय दा इंतजार कर रहे ने नवजोत सिंह सिद्धू? ज्यादातर तो सभा नवजोत सिद्धू क्योंकि अजे चट्टा साहब 5 साल का समा पिया, पूरे 5 साल पे ने 5 साल बाद
ਪਾਰਟੀਆਂ ਪਰਖੀਆਂ ਜਾਣ ਕੇ ਕਿਹੜੀਆਂ ਪਾਰਟੀਆਂ ਨਵੀਆਂ ਬਣੀਆਂ, ਕਿਹੜੀਆਂ ਪਾਰਟੀਆਂ ਦਾ ਜਨਾਧਾਰ ਨਵਾਂ ਬਣਿਆ, ਕਿਹੜੀਆਂ ਰਵਾਇਤੀ ਪਾਰਟੀਆਂ ਟੁੱਟ ਗਈਆਂ। ਸੋ ਇਸ ਕਰਕੇ ਨਵਜੋਤ ਸਿੱਧੂ ਵੱਲੋਂ ਅਜੇ ਕੋਈ ਜਲਦਬਾਜ਼ੀ ਜਿਹੜੀ ਆ ਉਹ ਨਹੀਂ ਕੀਤੀ ਜਾਵੇਗੀ, ਕਿਉਂਕਿ ਇਸੇ ਟਾਈਮ ਬੜਾ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਹੀ ਉਹ ਕਾਂਗਰਸ ਦੇ ਵਿੱਚ ਇੱਕ ਮਜ਼ਬੂਤ ਧੜਾ ਬਣਾਉਣ ਦੇ ਰੌਂਦ ਦੇ ਵਿੱਚ ਹਨ। ਤਾਂ ਜਿਸ ਕਾਰਨ ਜਿਹੜੀ ਕਾਂਗਰਸ ਹਾਈ ਕਮਾਨ ਆ ਉਹ ਹੀ ਮੁੱਢਲੀ ਕਾਰਵਾਈ ਕਰਦੇ ਹੋਇਆ ਨਵਜੋਤ ਸਿੱਧੂ ਨੂੰ ਬਾਹਰ ਦਾ ਰਸਤਾ ਵਿਖਾ ਦੇ। ਨਵਜੋਤ ਸਿੱਧੂ ਇਹੋ ਜਿਹੇ ਹਾਲਾਤ ਜ਼ਰੂਰ ਪੈਦਾ ਕਰਨਗੇ ਕਾਂਗਰਸ ਹਾਈ ਕਮਾਨ ਵਾਸਤੇ ਵੀ ਤੇ ਪੰਜਾਬ ਦੀ ਕਾਂਗਰਸ ਕਮੇਟੀ ਵਾਸਤੇ ਵੀ। ਹਾਲਾਂਕਿ ਉਹ ਬਗਾਵਤ ਨਹੀਂ ਕਰਨਗੇ, ਪਰ ਜਦੋਂ ਉਹ ਉਹਨਾਂ ਵਿਅਕਤੀਆਂ ਨਾਲ ਮਿਲਣਗੇ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ, ਚਾਹੇ ਸਰਜੀਤ ਸਿੰਘ ਧਮਾਨ ਹੋਵੇ, ਚਾਹੇ ਸੁਨੀਲ ਜਾਖੜ ਹੋਵੇ ਜਿਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਆ, ਜਾਂ ਹੋਰ ਬੰਦੇ ਜਿਹੜੇ ਕਾਂਗਰਸ ਨਾਲ ਬੀਤੇ ਲੰਬੇ ਸਮੇਂ ਤੋਂ ਨਾਰਾਜ਼ ਚਲੇ ਆ ਰਹੇ ਨੇ, ਉਹਨਾਂ ਨੂੰ ਜੇਕਰ ਨਵਜੋਤ ਸਿੱਧੂ ਮਿਲਦੇ ਨੇ ਤਾਂ ਉਹਨਾਂ ਨੂੰ ਮਿਲ ਕੇ ਇੱਕ ਨਵੀਂ ਪਾਰਟੀ ਜਾਂ ਇੱਕ ਧੜਾ ਕਾਂਗਰਸ ਦੇ ਵਿੱਚ ਕ੍ਰੀਏਟ ਕਰਦੇ ਨੇ, ਤਾਂ ਮੇਰਾ ਨਹੀਂ ਖਿਆਲ ਰਾਜਾ ਵੜਿੰਗ ਇਸ ਨੂੰ ਬਰਦਾਸ਼ਤ ਕਰੇ। ਕਿਉਂਕਿ ਯਾਰੀਆਂ, ਦੋਸਤੀਆਂ, ਵਫਾਦਾਰੀਆਂ ਉਦੋਂ ਤੱਕ ਹੀ ਹੁੰਦੀਆਂ ਨੇ ਜਦੋਂ ਤੱਕ ਚੱਠਾ ਜੀ ਸਾਡੇ ਔਰ ਤੁਹਾਡੇ ਜਿਹੜੇ ਸਬੰਧ ਨੇ, ਰਿਲੇਸ਼ਨ ਜਿਹੜੇ ਗਿਵ ਐਂਡ ਟੇਕ ਦੀ ਪਾਲਿਸੀ ਦੇ ਹੋਣ, ਤੇ ਜਦੋਂ ਅਸੀਂ ਉਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦੇ ਹਾਂ ਫਿਰ ਦੁਸ਼ਮਣ ਰਾਜਨੀਤੀ, ਦੋਸਤੀਆਂ ਝਟ ਬਦਲ ਜਾਂਦੀਆਂ ਨੇ। ਸੋ ਰਾਜਾ ਵੜਿੰਗ ਕਦੇ ਵੀ ਇਸ ਸੂਰਤ ਵਿੱਚ ਇਸ ਗੱਲ ਨਾਲ ਸਮਝੌਤਾ ਨਹੀਂ ਕਰੇਗਾ ਕਿ ਉਸਦੀ ਅਗਵਾਈ ਵਿੱਚ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਆਪਰੇਟ ਕਰ ਰਹੀ ਹੈ ਤਾਂ ਉਹ ਕਾਂਗਰਸ ਹਾਈ ਕਮਾਨ ਵੱਲੋਂ ਨਾਮਜ਼ਦ ਪ੍ਰਧਾਨ ਨੇ, ਤਾਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਨਵਜੋਤ ਸਿੰਘ ਸਿੱਧੂ ਵਰਗਾ ਇੱਕ ਹੋਰ ਲੀਡਰ ਉੱਠ ਕੇ ਇੱਕ ਧੜਾ ਬਣਾਵੇ ਤੇ ਕੱਲ ਨੂੰ ਉਹ ਧੜਾ ਜਿਹੜਾ ਰਾਜਾ ਵੜਿੰਗ ਨੂੰ ਚੈਲੰਜ ਕਰੇ। ਸੋ ਇਸ ਕਰਕੇ ਰਾਜਾ ਵੜਿੰਗ ਦਾ ਇਹ ਯਤਨ ਹੋਵੇਗਾ ਤੇ ਜਲਦੀ ਤੋਂ ਜਲਦੀ ਇਹ ਪਾਰਟੀ ਨੂੰ ਨਵਜੋਤ ਸਿੱਧੂ ਤੋਂ ਮੁਕਤੀ ਦਿਵਾ ਦਿੱਤੀ ਜਾਵੇ, ਮੁਕਤੀ ਭਾਵ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਵੇ। ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦਾ ਵੀ ਇਹ ਯਤਨ ਰਹੇਗਾ ਕਿ ਮੈਂ ਕੋਈ ਕਾਰਵਾਈ ਨਹੀਂ ਕਰਨੀ, ਜੇਕਰ ਕੋਈ ਕਾਰਵਾਈ ਕਰਨੀ ਆ ਤਾਂ ਉਹ ਕਾਰਵਾਈ ਕਾਂਗਰਸ ਹਾਈ ਕਮਾਨ ਕਰੇ, ਕਿਉਂਕਿ ਉਸ ਦੇ ਨਾਲ ਪ੍ਰਭਾਵ ਪੰਜਾਬ 'ਚ ਇਹ ਜਾਏਗਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਨੇਤਾਵਾਂ ਨੂੰ ਵਰਤਿਆ ਤੇ ਵਰਤ ਕੇ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ। ਉਮੀਦ ਕਰ ਜਾਂ ਜਿਹੜੇ ਕਾਂਗਰਸ ਹਾਈ ਕਮਾਨ ਦਾ ਜਿਹੜਾ ਇੱਕ ਸੁਨਹਿਰਾ ਸਾਲ ਆ ਉਸਦੀ ਚਕਾਚੌਂਧ ਦੇ ਵਿੱਚ ਉਹ ਲੁਪਤ ਨਜ਼ਰ ਆ ਰਹੇ ਆ। ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ, ਇਸ ਗੱਲ ਦਾ ਸ਼ਾਇਦ ਨਵਜੋਤ ਸਿੱਧੂ ਨੂੰ ਵੀ ਪਤਾ ਸੀ, ਪਰ ਸ਼ਾਇਦ ਨਵਜੋਤ ਸਿੱਧੂ ਇਸ ਗੱਲ ਨੂੰ ਕਿਵੇਂ ਨਜ਼ਰ ਅੰਦਾਜ਼ ਕਰ ਗਿਆ ਕਿ ਉਹ ਕਾਂਗਰਸ ਹਾਈ ਕਮਾਨ ਜਿਸ ਦੇ ਕੈਪਟਨ ਸਮੇਂ ਅਹਿਮ ਭੂਮਿਕਾ ਨਿਭਾਉਂਦਾ ਤੇ ਇਹ ਜੋੜਾ ਰਾਜੀਵ ਗਾਂਧੀ ਔਰ ਸੋਨੀਆ ਗਾਂਧੀ ਦਾ ਇਹ ਵਿਆਹ ਕਰਾਉਣ ਤੋਂ ਬਾਅਦ ਜਿਹੜੇ ਉਹਨਾਂ 'ਚ ਮੋਤੀ ਮਹਿਲ ਪਟਿਆਲੇ ਸਥਿਤ ਜਿਹੜੇ ਉਹ ਰਹਿੰਦੇ ਨੇ ਆ ਕੇ, ਤੇ ਜੇਕਰ ਕਾਂਗਰਸ ਹਾਈ ਕਮਾਨ ਮੀਨਸ ਸੋਨੀਆ ਗਾਂਧੀ ਉਸ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਵਿਖਾ ਸਕਦੀ ਹੈ ਜਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਲਾ ਸਕਦੀ ਹੈ, ਤਾਂ ਫਿਰ ਨਵਜੋਤ ਸਿੱਧੂ ਕਿਸ ਦਾ ਪਾਣੀ ਹਾਰ ਸੀ। ਕੇਂਦਰ ਦੇ ਵਿੱਚ ਜਿਹੜੀ ਸਰਦਾਰੀ ਆ ਉਹ ਬਰਕਰਾਰ ਰਹੀ। ਰਾਜਾ ਵੜਿੰਗ ਦਾ ਜਿਹੜਾ ਹਨੀਮੂਨ ਪੀਰੀਅਡ ਆ ਉਹ ਸੰਗਰੂਰ ਦੀ ਇਲੈਕਸ਼ਨ ਤੱਕ ਜ਼ਰੂਰ ਚੱਲੇਗਾ। ਜਦੋਂ ਉਸਦੇ ਨਤੀਜੇ ਐਨ ਉਲਟ ਆਏ ਤਾਂ ਇਸ ਦਾ ਹਨੀਮੂਨ ਪੀਰੀਅਡ ਜਿਹੜਾ ਰਾਜਾ ਵੜਿੰਗ ਬੜੇ ਇਸ ਤਰੀਕੇ ਨਾਲ ਹਾਂ ਕਿ ਮੈਂ ਦੇਖਾਂਗਾ, ਐਸੇ ਕਰਾਂਗਾ, ਮੈਂ ਇਹ ਕਰਾਂਗਾ, ਇਹ ਬੋਲ ਜਿਹੜੇ ਨੇ ਇਹ ਜ਼ਿਆਦਾ ਚਿਰ ਚੱਲਣਗੇ ਨਹੀਂ। ਮਤਲਬ ਇਹ ਬੋਲ ਇਹੋ ਜਿਹੇ ਬੋਲ ਕਦੇ ਨਵਜੋਤ ਸਿੱਧੂ ਦੇ ਵੀ ਹੁੰਦੇ ਸੀ, ਹੁਣ ਨਵਜੋਤ ਸਿੱਧੂ ਜਦੋਂ ਗੱਲਬਾਤ ਕਰਦੇ ਆ ਇੱਕ ਠਰਮਾ ਲਿਹਾਜ਼ਾ ਬਿਲਕੁਲ ਬਦਲਿਆ ਹੋਇਆ। ਸ਼ਾਇਦ ਤਾਕਤ ਚੀਜ਼ ਹੀ ਏਦਾਂ ਦੀ ਹੈ ਕਿ ਜਦੋਂ ਤਾਕਤ ਦਾ ਨਹੀਂ ਹੁੰਦੇ ਤਾਂ ਇਹੋ ਜਿਹੀਆਂ ਜਿਹੜੀਆਂ ਸਥਿਤੀਆਂ ਨੇ ਰਾਜਾ ਵੜਿੰਗ ਨੂੰ ਜ਼ਰੂਰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ ਕਿ ਜੋ ਕੁਝ ਕਾਂਗਰਸ ਹਾਈ ਕਮਾਨ ਨੇ ਬੀਤੇ ਦੌਰ ਸਾਰੇ ਪ੍ਰਧਾਨਾਂ ਦਾ ਕੀਤਾ ਤੇ ਹੁਣ ਨਵਜੋਤ ਸਿੱਧੂ ਨਾਲ ਕਰਦੀ ਪਈ ਹੈ, ਕੱਲ ਨੂੰ ਰਾਜਾ ਵੜਿੰਗ ਦੀ ਵਾਰੀ ਵੀ ਆ ਸਕਦੀ ਹੈ ਤੇ ਆਵੇਗੀ ਵੀ ਜ਼ਰੂਰ। ਜੀ ਬਿਲਕੁਲ। ਤੇ ਨਾਲ ਹੀ ਨਵੀਂ ਸਰਕਾਰ ਦੀ ਗੱਲ ਕਰਾਂਗੇ। ਅਰਥ ਸਾਹਿਬ ਜਿਸ ਤਰੀਕੇ ਦੇ ਨਾਲ ਮੁਫਤ ਬਿਜਲੀ ਦਾ ਐਲਾਨ ਕੀਤਾ ਗਿਆ ਤੇ ਉਧਰ ਹੁਣ ਵਿਰੋਧੀ ਪਾਰਟੀਆਂ ਲਗਾਤਾਰ ਨਵੀਂ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਨੇ। ਕਹਿੰਦੇ ਜਦੋਂ ਵਾਅਦਾ ਕੀਤਾ ਹੋਵੇ ਕਹਿੰਦੇ ਜਾਤ ਪਾਤ ਦੇ ਆਧਾਰ ਤੇ ਲੋਕਾਂ ਨੂੰ ਵੰਡ ਕੇ ਹੀ ਜਿਹੜਾ ਇਹ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ, ਤਾਂ ਕਿਵੇਂ ਦੇਖਦੇ ਹੋ? ਚੱਠਾ ਜੀ ਦੇਖੋ, ਕਾਂਗਰਸ ਮਾਫ ਕਰਨਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਸਨੇ ਕਿਸ ਆਧਾਰ ਤੇ ਗਰੰਟੀਆਂ ਦਿੱਤੀਆਂ ਜਾਂ ਕਿਸ ਆਧਾਰ ਤੇ ਗਰੰਟੀਆਂ ਨਹੀਂ ਦਿੱਤੀਆਂ ਇਹ ਉਹ ਜਾਣਦੇ ਨੇ, ਪਰ ਉਹਨੇ ਇੱਕ ਆਪਣੀ ਪਹਿਲੀ ਜਿਹੜੀ ਗਰੰਟੀ ਆ ਉਹ ਕੱਲ ਪੂਰੀ ਕੀਤੀ ਹੈ ਕਿ ਜਿਹਦੇ ਵਿੱਚ ਉਹਨੇ 300 ਯੂਨਿਟ ਹਰ ਵਿਅਕਤੀ ਨੂੰ ਦਿੱਤੇ ਆ। ਪਰ ਉਹਦੇ ਵਿੱਚ ਉਸਨੇ ਇੱਕ ਲਾਈਨ ਜਿਹੜੀ ਆ ਮੱਧ ਨਿਰਧਾਰਿਤ ਕੀਤੀ ਹੈ ਜਿੱਥੇ ਜਨਰਲ ਵਰਗ ਵਾਸਤੇ ਕਿ ਜੇਕਰ ਉਹ 600 ਤੋਂ, ਹਾਲਾਂਕਿ 600 ਉਹਨਾਂ ਨੇ ਕਿਹਾ ਉਹਨਾਂ ਨੂੰ ਵੀ 300 ਯੂਨਿਟ ਮਾਫ ਹੋਣਗੇ ਸਾਰੇ ਪੰਜਾਬ ਵਾਸੀਆਂ ਨੂੰ। ਹਾਂ ਜੀ, ਇੱਕ ਜਨਰਲ ਵਰਗ 600 ਤੋਂ ਉੱਪਰ ਬਿਜਲੀ ਫੂਕਦਾ ਤਾਂ ਫਿਰ ਕੁਦਰਤੀ ਤੌਰ ਤੇ ਉਹਦੇ ਸਾਰਾ ਜਿਹੜਾ ਬਿੱਲ ਆ ਉਹ ਵਸੂਲਿਆ ਜਾਏਗਾ। ਤਾਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਇਸ ਵੇਲੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਇਹਨਾਂ ਕੋਲ ਕੋਈ ਵੀ ਅਜਿਹਾ ਮੁੱਦਾ ਹੈ ਨਹੀਂ
ਇਹਨਾਂ ਨੇ ਹਰ ਮੁੱਦੇ ਤੇ ਹੀ ਸਰਕਾਰ ਨੂੰ ਘੇਰਨਾ ਹੁੰਦਾ ਤੇ ਸਰਕਾਰ ਦੀ ਆਲੋਚਨਾ ਕਰਨਾ ਹਰ ਵਿਰੋਧੀ ਪਾਰਟੀ ਦਾ ਹੋਵਾ, ਭਾਵੇਂ ਵਿਰੋਧ ਹੋਣਾ ਨਾ ਵੀ ਹੁੰਦਾ ਹੋਵੇ, ਆਪਾਂ ਵਿਰੋਧ ਜਦੋਂ ਕਰ ਲਿਆ ਆਪਾਂ ਕਰਦਾ ਹੀ ਕਰਨਾ। ਹੁਣ ਜਿਹੜੀਆਂ ਇਹ ਪੋਜੀਸ਼ਨਾਂ ਨੇ ਕਿ ਜਿਸ ਤਰ੍ਹਾਂ ਵਿਰੋਧੀ ਪਾਰਟੀ ਇਲਜ਼ਾਮ ਲਾ ਰਹੀਆਂ ਕਿ ਇਹ ਜਾਤ ਪਾਤ ਵਧਾ ਰਹੀਆਂ ਨੇ, ਇਸ ਤਰ੍ਹਾਂ ਕਰ ਰਹੀਆਂ ਨੇ, ਠੀਕ ਆ, ਉਹਨਾਂ ਨੇ SC ST ST ਵੱਲੋਂ OBC ਵਰਗ ਦੇ ਵਿੱਚ ਇਹੋ ਜਿਹੀਆਂ ਗੱਲਾਂ ਕੀਤੀਆਂ ਤੇ ਜਨਰਲ ਵਰਗ ਨੂੰ ਉਹਨਾਂ ਨੇ ਉਸ ਘੇਰੇ ਤੋਂ ਆਜ਼ਾਦ ਕਰਤਾ। ਇਹ ਜਿਹੜਾ ਵਿਰੋਧੀ ਪਾਰਟੀਆਂ ਦਾ ਇਹ ਇਲਜ਼ਾਮ ਕਿ ਜਾਤ ਪਾਤ ਜੀ ਉਹ ਇਸ ਤਰ੍ਹਾਂ ਹੋਏਗਾ, ਇਹ ਤਾਂ ਚੱਠਾ ਜੀ ਹਰ ਪਾਰਟੀਆਂ ਕਰਦੀਆਂ ਰਹੀਆਂ, ਤਾਂ ਇਹੋ ਜਿਹਾ ਕੰਮ ਤਾਂ ਚੱਲਦਾ ਹੀ ਰਿਹਾ। ਮੈਨੂੰ ਅਜੇ ਤੱਕ ਯਾਦ ਆ ਕਿ ਜਦੋਂ ਰਵਾਇਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਪੰਜਾਬ ਦੇ ਵਿੱਚ, ਉਸ ਸਮੇਂ ਜਿਹੜਾ ਅਨੁਸੂਚਿਤ ਜਾਤੀ ਭਾਈਚਾਰਾ ਉਹਨਾਂ ਦੇ ਬਿੱਲ ਜਿਹੜੇ ਸੀ ਉਹ ਮਾਫ ਹੁੰਦੇ ਸੀ। ਹੁਣ ਬੰਦਾ ਪੁੱਛੇ ਕਿ ਉਸ ਵਕਤ ਜਾਤ ਵੰਡ ਨਹੀਂ ਸੀ ਤੇ ਕੀ ਜਾਤ ਵੰਡ ਜਿਹੜੀ ਆ ਜਾਤ ਦੇ ਆਧਾਰ ਤੇ ਕੀ ਕਾਂਗਰਸ ਪਾਰਟੀ ਨੇ ਫਿਰ ਬਾਅਦ ਚ ਆਣ ਕੇ ਇਹੋ ਜਿਹੀਆਂ ਸਹੂਲਤਾਂ ਨਹੀਂ ਦਿੱਤੀਆਂ? ਬਿਲਕੁਲ। ਜੇਕਰ ਅਸੀਂ ਇਸ ਨੁਕਤੇ ਨਿਗਾਹ ਨੂੰ ਐਸੇ ਪੱਤਰਕਾਰੀ ਗੱਲ ਕਰੀਏ ਤਾਂ ਸਰਕਾਰ ਦੀ ਜਿਹੜੀ ਇਹ ਨੀਤੀ ਆ ਇਹ ਬਿਲਕੁਲ ਗਲਤ ਹੈਗੀ ਹੈ। ਕਿਉਂਕਿ ਹੁਣ ਜਿਹੜੇ ਜਨਰਲ ਜਿਹੜੇ ਕੈਟਾਗਰੀ ਦੇ ਲੋਕ ਨੇ, ਕੀ ਉਹਨਾਂ ਨੇ ਇਹ ਮਾੜਾ ਕਰਮ ਕਰ ਲਿਆ ਜਾਂ ਉਹਨਾਂ ਦੀ ਕਿਸਮਤ ਮਾੜੀ ਸੀ ਕਿ ਉਹਨਾਂ ਨੇ ਜਨਰਲ ਵਰਗ ਦੇ ਵਿੱਚ ਜਨਮ ਲੈ ਲਿਆ ਤੇ ਇਸ ਕਰਕੇ ਸਹੂਲਤ ਤੋਂ ਵਾਂਝੇ ਹੋ ਗਏ? ਬਿਲਕੁਲ ਇੱਥੋਂ ਤੱਕ ਦੇ ਪੁਆਇੰਟ ਸੋਚ ਠੀਕ ਆ ਕਿ ਜੇਕਰ ਤੁਸੀਂ ਪੰਜਾਬ ਦੇ ਸਾਰੇ ਵਾਸੀਆਂ ਨੂੰ ਇਹੋ ਜਿਹੀ ਸਹੂਲਤਾਂ ਦੇਣ ਦਾ ਐਲਾਨ ਕੀਤਾ ਤਾਂ ਤੁਸੀਂ ਬਿਜਲੀ ਮੁਫਤ ਨਾ ਦਿਓ, ਚਲੋ ਤੁਸੀਂ ਜਿਹੜੇ ਇਸ ਤਰ੍ਹਾਂ ਜਨਰਲ ਵਰਗ ਦੇ ਲੋਕ ਨੇ ਉਹਨਾਂ ਦਾ ਰੇਟ 600 ਯੂਨਿਟ ਤੋਂ ਘੱਟ ਕਰ ਦਿਓ। ਇਹ ਵੀ ਹੋ ਸਕਦਾ ਵਿਚਕਾਰ ਰਸਤਾ ਜਿਹੜਾ ਕੱਟਿਆ ਜਾ ਸਕਦਾ, ਠੀਕ ਆ 600 ਯੂਨਿਟ ਤੁਹਾਨੂੰ ਅਸੀਂ ਦਿੱਤੇ, ਪਰ 600 ਯੂਨਿਟ ਤੋਂ ਜਿੰਨਾ ਬਿੱਲ ਤੁਹਾਡਾ ਉਸ ਤੋਂ ਵੱਧ ਫੂਕਦੇ ਜੇ ਤੁਹਾਡੇ ਕੋਲ ਉੱਪਰਲੇ ਯੂਨਿਟਾਂ ਦਾ ਅਸੀਂ ਬਿੱਲ ਅੱਧਾ ਲਾਂਗੇ ਜਾਂ ਪੂਰਾ ਲਵਾਂਗੇ। ਇਹ ਜਿਹੜਾ ਅੱਧਾ ਲਾਂਗੇ ਪੂਰੇ ਦੀ ਥਾਂ ਤੇ ਅੱਧਾ ਕਰ ਤੋਂ ਘੱਟੋ ਘੱਟ ਉਹਨਾਂ ਨੂੰ ਵੀ ਇਸ ਗੱਲ ਦੇ ਮਾਣ ਮਹਿਸੂਸ ਹੋਵੇ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਵਾਸਤੇ ਕੀਤਾ। ਉਹ ਵਿਚਾਰੇ ਇਹੋ ਨਾ ਸੋਚਦੇ ਰਹਿਣ ਕਿ ਯਾਰ ਸਾਡੀ ਕੀ ਗਲਤੀ ਹੈ ਕਿ ਅਸੀਂ ਜਨਰਲ ਵਰਗ ਵਾਲੇ ਮਾਪਿਆਂ ਦੇ ਘਰ ਜਾ ਪਏ ਹਾਂ, ਕਿਉਂਕਿ ਮਾਪਿਆਂ ਦੀ ਜਿਹੜੀ ਚੋਣ ਹੁੰਦੀ ਆ ਚੱਠਾ ਜੀ ਉਹ ਕਦੇ ਵੀ ਬੰਦੇ ਦੇ ਅਧਿਕਾਰ ਖੇਤਰ 'ਚ ਨਹੀਂ ਹੁੰਦੀ। ਮਾਪੇ ਜਿਹੜੇ ਨੇ ਬਾਈ ਬਰਥ ਮਿਲਦੇ ਨੇ, ਚੋਇਸ ਬਾਈ ਚੋਇਸ ਮਾਪੇ ਨਹੀਂ ਮਿਲਦੇ। ਹੁਣ ਅਗਰ ਮੈਂ ਚੋਇਸ ਕਰਾਂ, ਮੈਂ ਵੀ ਚਾਹੁੰਦਾ ਕਿ ਮੈਂ ਅੰਬਾਨੀਆਂ ਦੇ ਘਰ ਜੰਮਦਾ, ਅਡਾਨੀ ਦੇ ਘਰ ਜੰਮਦਾ, ਇੱਥੇ ਬੈਠ ਕੇ ਮਤਲਬ ਮੈਂ ਵੀ ਇਹ ਸੋਚਦਾ ਸਾਂ, ਪਰ ਨਹੀਂ। ਇਹ ਮਾਪੇ ਜਿਹੜੇ ਨੇ ਉਹ ਜਨਰਲ ਵਰਗ ਜਾਂ ਗਰੀਬ ਵਰਗ ਕਈ ਵਰਗ ਨਾਲ ਸੰਬੰਧਿਤ ਹੋਣ, ਬੱਚੇ ਨੂੰ ਰਿਸਪੈਕਟ ਕਰਦੇ ਪਏ। ਬਾਕੀ ਫਿਰ ਦੂਜੇ ਪਾਸੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਤੁਸੀਂ ਵਾਕਈ ਲੋਕਾਂ ਨੂੰ ਸਹੂਲਤਾਂ ਦੇਣ ਆਏ ਜੇ ਤੇ ਤੁਸੀਂ ਤਕੜੀ ਜਿਹੜੀ ਬਰਾਬਰ ਰੱਖੋ। ਬਾਕੀ ਵਿਰੋਧੀ ਪਾਰਟੀਆਂ ਦਾ ਇਹ ਜਿਹੜਾ ਇਲਜ਼ਾਮ ਆ ਕਿ ਹਾਂਜੀ ਜਾਤ ਪਾਤ ਵਰਗ ਵੰਡ ਚ ਕਾਂਗਰਸ ਪਾਰਟੀ ਮਾਫ ਕਰਦਾ ਆਮ ਆਦਮੀ ਪਾਰਟੀ ਰੋਲ ਅਦਾ ਕਰ ਰਹੀ ਹੈ, ਇਹ ਹਰ ਪਾਰਟੀਆਂ ਕਰਦੀਆਂ ਨੇ ਤੇ ਇਹ ਗਾਂ ਵੀ ਇਸੇ ਤਰੀਕੇ ਨਾਲ ਹੁੰਦੇ ਰਹਿਣਾ। ਇਹ ਕੋਈ ਨਵੀਂ ਗੱਲ ਨਹੀਂ ਹੈ, ਪਰ ਹਾਂ ਇਹ ਜ਼ਰੂਰੀ ਹੈ ਕਿ ਆਮ ਆਦਮੀ ਪਾਰਟੀ ਨੂੰ ਜਨਰਲ ਵਰਗ ਦੇ ਵੱਲੋਂ ਵੀ ਕੁਝ ਸੋਚਣਾ ਜ਼ਰੂਰ ਚਾਹੀਦਾ। ਜੀ ਬਿਲਕੁਲ, ਕਿਤੇ ਨਾ ਕਿਤੇ ਗਰੀਬ ਜਾਂ ਅਮੀਰ ਦੇ ਆਧਾਰ ਤੇ ਜਿਸ ਤਰੀਕੇ ਦੇ ਨਾਲ ਇਨਕਮ ਸੋਰਸ ਉਸ ਆਧਾਰ ਦੇ ਉੱਤੇ ਹੀ ਜਿਹੀਆਂ ਰਣਨੀਤੀਆਂ ਬਣਾਉਣੀਆਂ ਚਾਹੀਦੀਆਂ ਨੇ। ਇਸ ਤਰੀਕੇ ਦੀ ਮੰਗ ਜਿਹੜੀ ਲੋਕਾਂ ਦੇ ਵੱਲੋਂ ਵੀ ਕੀਤੀ ਜਾਂਦੀ ਹੈ। ਤੇ ਅਣਖ ਸਾਹਿਬ ਨਾਲ ਹੀ ਗੱਲ ਕਰਾਂਗੇ, ਜਿਸ ਤਰੀਕੇ ਦੇ ਨਾਲ ਖੇਤੀਬਾੜੀ ਇੱਕ ਘਾਟੇ ਦਾ ਸੌਦਾ ਬਣਦਾ ਜਾ ਰਿਹਾ, ਇਸ ਨੂੰ ਲੈ ਕੇ ਜਿਹੜਾ ਹੁਣ ਨਵੀਂ ਸਰਕਾਰ ਦੀ ਜਿਹੜੀ ਕਦਮ ਪੁਖਤੀ ਨਜ਼ਰ ਆ ਰਹੀ ਹੈ, ਉਗਰਾਹਾਂ ਜਥੇਬੰਦੀ ਦੀ ਸਮੇਤ 4 ਜਥੇਬੰਦੀਆਂ ਦੀ ਜਿਹੜੇ ਆਗੂਆਂ ਦੀ ਮੁਲਾਕਾਤ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ, ਤਾਂ ਇਹ ਗੱਲਾਂ ਨਿਕਲ ਕੇ ਮੀਟਿੰਗ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਕਿ ਜੇਕਰ ਹੋਰ ਫਸਲਾਂ ਦੀ ਗੱਲ ਕੀਤੀ ਜਾਵੇ ਉਹਦੇ ਉੱਤੇ MSP ਦਿੱਤੀ ਜਾਵੇ, ਖਾਸ ਤੌਰ ਦੇ ਉੱਤੇ ਜਿਸ ਤਰੀਕੇ ਨਾਲ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਤੇ ਉਧਰ ਝੋਨੇ ਦੀ ਜਿਹੜੀ ਖੇਤੀ ਹੈ ਉਸ ਨੂੰ ਲੈ ਕੇ ਕੋਈ ਅਹਿਮ ਫੈਸਲਾ ਲੱਗਦਾ ਹੈ ਕਿ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਲੈ ਸਕਦੀ ਹੈ। ਜਿਸ ਤਰੀਕੇ ਦੇ ਨਾਲ ਹੁਣ ਅੱਗੇ ਵਧਦੀ ਨਜ਼ਰ ਆ ਰਹੀ ਹੈ ਇਸ ਮਾਮਲੇ ਦੇ ਵਿੱਚ ਸਰਕਾਰ ਕਿ ਉਹੀ ਕੁਝ ਕੀਤਾ ਜਾਵੇ, ਜਿਸ ਤਰੀਕੇ ਦੇ ਨਾਲ ਗੱਲ ਕੀਤੀ ਜਾਵੇ ਕਿ ਪਾਣੀ ਦਾ ਪੱਧਰ ਵੀ ਠੀਕ ਰਵੇ ਤੇ ਹੋਰ ਜੇਕਰ ਗੱਲ ਕੀਤੀ ਜਾਵੇ ਕਿਸਾਨਾਂ ਨੂੰ ਵੀ ਆਮਦਨ ਦਾ ਜੇਕਰ ਸੋਰਸ ਹੋਵੇ ਤਾਂ ਉਹਨਾਂ ਫਸਲਾਂ ਦੀ ਉਪਜਾਈ ਕੀਤੀ ਜਾਵੇ ਜਿਸ ਦੇ ਵਿੱਚ ਕਿਸਾਨਾਂ ਨੂੰ ਮੁਨਾਫਾ ਹੋਵੇ। ਤਾਂ ਕੀ ਲੱਗਦਾ ਹੈ ਕਿ ਨਵੀਂ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਏਦਾਂ ਦੇ ਕਦਮ ਪੁੱਟ ਸਕਦੀ ਹੈ? ਬਿਲਕੁਲ ਚੱਠਾ ਜੀ, ਇਸ ਵੇਲੇ ਕਿਸਾਨ ਬੀਤੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਸੰਘਰਸ਼ ਜਿਹੜਾ ਉਹ ਲੜਦੇ ਪਏ ਨੇ। ਕਾਂਗਰਸ ਪਾਰਟੀ ਦੇ ਕਾਰਜਕਾਲ ਸਮੇਂ ਵੀ ਉਹਨਾਂ ਦਾ ਸੰਘਰਸ਼ ਜਾਰੀ ਰਿਹਾ। ਫਿਰ ਵੋਟਾਂ ਦੇ ਸਮੇਂ ਜਦੋਂ ਪ੍ਰਧਾਨ ਮੰਤਰੀ ਹੁਣੀ ਉਹਨਾਂ ਦੀਆਂ ਮੰਗਾਂ ਮੰਨ ਲੈਂਦੇ ਨੇ, ਮੰਗਾਂ ਮੰਨਣ ਦਾ ਐਲਾਨ ਕਰਦੇ ਆ, ਉਹ ਵਾਪਸ ਆ ਜਾਂਦੇ ਆ। ਹਾਲਾਂਕਿ ਬਿਲਕੁਲ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ, ਪਰ ਕਈ ਕਿਸਾਨ ਜਥੇਬੰਦੀਆਂ ਨੇ ਜਾਂ ਅਸੀਂ ਕਹਿੰਦੇ ਕਿਸਾਨਾਂ ਦੀਆਂ ਕਈ ਮੰਗਾਂ ਜਿਹੜੀਆਂ ਲੋਕਲ ਪੱਧਰ ਤੇ ਰਾਜ ਪੱਧਰ ਤੇ ਨੇ ਉਹ ਪੂਰੀਆਂ ਨਹੀਂ ਹੋਈਆਂ। ਮੁਆਵਜ਼ੇ ਦੀ ਮੰਗ ਹੈ, ਇਹ ਦੂਜੇ ਪਾਸੇ ਕਣਕ ਦੀ, ਝੋਨੇ ਦੀ ਜਿਹੜੀ ਖਰੀਦ ਆ, ਝੋਨੇ ਦੀ ਫਸਲ ਦੀ ਬਿਜਾਈ, ਪਾਣੀ ਦਾ ਪੱਧਰ, ਬਹੁਤ ਸਾਰੀਆਂ ਇਹੋ ਜਿਹੀਆਂ ਸਮੱਸਿਆਵਾਂ ਨੇ ਜਿਨ੍ਹਾਂ ਨਾਲ ਪੰਜਾਬ ਦਾ ਕਿਸਾਨ ਜੂਝਦਾ ਪਿਆ ਹੈ। ਕਿਸਾਨ ਜਿਹੜੇ ਨੇ ਪੰਜਾਬ ਦੀ ਰੀੜ੍ਹ ਦੀ ਹੱਡੀ ਨੇ, ਅੰਨਦਾਤਾ ਕਹੇ ਜਾਂਦੇ ਨੇ, ਬਿਲਕੁਲ, ਕਿਉਂਕਿ ਧਰਤੀ ਚੋਂ ਅੰਨ ਬਚਾਉਂਦੇ ਨੇ, ਉਹ ਫੇਰ ਹੀ ਸਾਡੇ ਬੂਹਾਂ ਤੱਕ ਪਹੁੰਚਦਾ ਹੈ। ਤੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ
बीते लंबे समय च कांग्रेस पार्टी वालों कैप्टन अमरिंदर सिंह होना ने भी मेरा वो तो चलो निकले ही नहीं महलों के बाहर चरणजीत सिंह चन्नी होना दी मुलाकातां भी कोई इन्नियां ज्यादा किसान जथेबंदियां नाल नहीं रहियां। उन्हां नूं 111 दिन मिले सी जिहदे विचकार वो ऐलान करते रहे। हुण आम आदमी पार्टी कोल जे 5 साल का समा पिया ते दूजे पासे किसान जथेबंदियां ताजा संघर्ष जित के वापस परतियां ने। उन्हां ਦੀਆਂ ਮੰਗਾਂ ਨੂੰ ਬੂਰ ਜਿਹੜਾ ਉਹ ਪੈਣਾ ਉਹਨਾਂ ਨੂੰ ਅਜੇ ਦਿਖਾਈ ਸ਼ਾਇਦ ਨਹੀਂ ਦੇ ਰਿਹਾ, ਜਿਸ ਕਾਰਨ ਉਹਨਾਂ ਨੇ ਜਿਹੜੀ ਆਮ ਆਦਮੀ ਪਾਰਟੀ ਦਾ ਜੋ ਉਗਰਾਹਾਂ ਗਰੁੱਪ ਹੈ, ਜਿਸ ਤਰ੍ਹਾਂ ਅੱਜ ਮੀਟਿੰਗ ਹੋਣੀ ਸੀ ਪ੍ਰਧਾਨ ਮੁੱਖ ਮੰਤਰੀ ਆਪਣੇ ਭਗਵੰਤ ਸਿੰਘ ਮਾਨ ਹੋਣਾ ਦਾ ਉਹ ਹੋਈ ਤਾਂ ਕੁਦਰਤੀ ਤੌਰ ਤੇ ਜਿਸ ਤਰੀਕੇ ਨਾਲ ਜਿਹੜਾ ਕੱਲ੍ਹ ਤੱਕ ਆਪਣਾ 30 ਦਿਨਾਂ ਦਾ ਰਿਪੋਰਟ ਕਾਰਡ ਭਗਵੰਤ ਮਾਨ ਨੇ ਪੇਸ਼ ਕੀਤਾ ਉਹਦੇ ਵਿੱਚ ਕਿਸਾਨਾਂ ਸੰਬੰਧੀ ਵੀ ਉਹਨਾਂ ਨੇ ਕਾਫੀ ਜਿਹੜੇ ਉਹ ਦਾਅਵੇ ਕੀਤੇ ਸਨ, ਮੇਰੇ ਜ਼ਿਹਨ 'ਚ ਉਹ ਨਿਕਲ ਗਏ ਪਰ ਉਸ ਦੇ ਵਿੱਚ ਕੀਤੇ ਸਨ। ਸੋ ਕਹਿਣ ਦਾ ਅਰਥ ਇਹ ਹੈ ਕਿ ਆਮ ਆਦਮੀ ਪਾਰਟੀ ਵੀ ਕਿਸਾਨਾਂ ਨੂੰ ਲੈ ਕੇ ਕਾਫੀ ਗੰਭੀਰ ਆ ਤੇ ਉਸ ਦਾ ਇਹ ਯਤਨ ਆ ਕਿ ਬੀਤੇ ਲੰਮੇ ਸਮੇਂ ਤੋਂ ਉਹ ਕਿਸਾਨ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦਾ ਰਾਹ ਅਪਣਾ ਰਹੇ ਸਨ ਤੇ ਉਦੋਂ ਆਮ ਆਦਮੀ ਪਾਰਟੀ ਦੀ ਇਹਨਾਂ ਕਿਸਾਨਾਂ ਦੇ ਪ੍ਰਤੀ ਭੂਮਿਕਾ ਕਿਹੋ ਜਿਹੀ ਸੀ, ਉਸ ਭੂਮਿਕਾ ਨੂੰ ਬਿਲਕੁਲ ਇਹਨਾਂ ਲੋਕਾਂ ਦੇ ਵਿਚਕਾਰ ਸਾਫ਼ ਤੇ ਉਸੇ ਤਰੀਕੇ ਨਾਲ ਸਥਾਪਿਤ ਰਹਿ ਸਕੇ। ਆਉਂਦੇ ਦਿਨਾਂ ਦੇ ਵਿੱਚ ਭਗਵੰਤ ਦੀ ਮਾਨ ਦੀ ਸਰਕਾਰ ਜਿਹੜੀ ਆ ਕਿਸਾਨਾਂ ਸੰਬੰਧੀ ਕੋਈ ਅਹਿਮ ਫੈਸਲੇ ਲੈ ਸਕਦੀ ਹੈ। ਇਸ ਦੀ ਸੰਭਾਵਨਾ ਜਿਹੜੀ ਹੈ ਉਹ ਜ਼ਿਆਦਾ ਦਿਖਾਈ ਦਿੰਦੀ ਹੈ। ਬਾਕੀ ਆਉਣ ਵਾਲਾ ਸਮਾਂ ਦੱਸੇਗਾ। ਜੀ ਬਿਲਕੁਲ ਪਤਾ ਲੱਗੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਖੇਤੀ ਖੇਤਰ ਨੂੰ ਲੈ ਕੇ ਕਿਸ ਤਰੀਕੇ ਦੇ ਫੈਸਲੇ ਨਵੀਂ ਸਰਕਾਰ ਦੇ ਵੱਲੋਂ ਲਏ ਜਾ ਸਕਦੇ ਨੇ, ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਦਾਅਵਾ ਕਰਦੇ ਨੇ ਕਿ ਕਈ ਤਰ੍ਹਾਂ ਦੇ ਐਲਾਨ ਉਹਨਾਂ ਦੇ ਵੱਲੋਂ ਹੁਣ ਤੱਕ ਕੀਤੇ ਜਾ ਚੁੱਕੇ ਨੇ ਜੋ ਸ਼ਾਇਦ ਇਤਿਹਾਸ ਦੇ ਵਿੱਚ ਕਿਸੇ ਵੀ ਮੁੱਖ ਮੰਤਰੀ ਨੇ 1 ਮਹੀਨੇ ਦੇ ਵਿੱਚ ਨਹੀਂ ਕੀਤੇ। ਤਾਂ ਬਹੁਤ ਬਹੁਤ ਧੰਨਵਾਦ ਅੰਕਿਤ ਸਾਹਿਬ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਕੀਮਤੀ ਸਮਾਂ ਦੇਣ ਦੇ ਲਈ। ਚੱਠਾ ਜੀ ਬਹੁਤ ਬਹੁਤ ਸ਼ੁਕਰੀਆ ਜੀ। ਤਾਂ ਸਾਡੇ ਨਾਲ ਸਨ ਸਿਆਸੀ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਗੜਖੀ, ਜਿਨ੍ਹਾਂ ਨੇ ਹੁਣ ਤੱਕ ਦੀਆਂ ਤਮਾਮ ਖਬਰਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੇ ਅੰਦਰ ਜੋ ਹਾਲਾਤ ਨੇ, ਖਾਸ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜੋ ਦਾਅਵਾ ਕੀਤਾ ਗਿਆ ਉਸ ਨੂੰ ਲੈ ਕੇ ਚਰਚਾ ਕੀਤੀ ਹੈ ਤੇ ਨਾਲ ਹੀ ਗੱਲ ਕੀਤੀ ਹੈ ਨਵੀਂ ਸਰਕਾਰ ਦੇ ਵੱਲੋਂ ਜੋ ਐਲਾਨ ਕੀਤੇ ਜਾ ਰਹੇ ਨੇ ਤੇ ਉਧਰ ਉਹਨਾਂ ਦਾ ਕਿੰਨਾ ਕੁ ਵਜੂਦ ਨਜ਼ਰ ਆ ਰਿਹਾ ਹੈ। ਜੋ ਨਵੇਂ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ। ਪਲ ਪਲ ਦੀ ਅਪਡੇਟ ਦੇ ਲਈ ਜੁੜੇ ਰਹੋ ਵਿਨਿੰਗ ਪੰਜਾਬ ਟੀਵੀ ਦੇ ਨਾਲ। ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ। ਧੰਨਵਾਦ।